ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਅਸੀਂ 9ਵੀਂ ਜਮਾਤ ਦੇ ਸਾਹਿਤਕ ਕਿਰਨਾਂ ਵਿੱਚੋਂ ਕਵਿਤਾ ਸਮਾਂ ਜੋ ਕਿ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ ਇਹ ਸਮਝਾਂਗੇ। ਭਾਈ ਵੀਰ ਸਿੰਘ ਜੀ ਆਧੁਨਿਕ ਕਵਿਤਾ ਦੇ ਮੋਢੀ ਮੰਨੇ ਗਏ ਹਨ। ਨਿੱਕੀ ਕਵਿਤਾਵਾਂ ਦੀ ਸ਼ੁਰੂਆਤ ਭਾਈ ਵੀਰ ਸਿੰਘ ਜੀ ਨੇ ਹੀ ਕੀਤੀ ਸੀ। ਬੱਚਿਓ, ਭਾਈ ਵੀਰ ਸਿੰਘ ਜੀ ਦੀ ਕਵਿਤਾਵਾਂ ਦੇ ਉੱਪਰ ਗੁਰਬਾਣੀ ਦਾ ਬਹੁਤ ਪ੍ਰਭਾਵ ਹੈ। ਇਹਨਾਂ ਨੇ ਸਾਰੀਆਂ ਕਵਿਤਾਵਾਂ ਬੜੀ ਵਿਚਾਰ ਵਾਲੀਆਂ ਲਿਖੀਆਂ ਹਨ। ਇਹ ਜੋ ਸਮਾਂ ਕਵਿਤਾ ਹੈ, ਇਸ ਵਿੱਚ ਭਾਈ ਵੀਰ ਸਿੰਘ ਜੀ ਦੱਸਣਾ ਚਾਹੁੰਦੇ ਹਨ ਕਿ ਸਮਾਂ ਜੋ ਹੈ ਉਹ ਉੜਦਾ ਜਾਂਦਾ ਹੈ, ਚਲਾਏਮਾਨ ਹੈ, ਕਦੇ ਹੱਥ ਨਹੀਂ ਆਉਂਦਾ। ਜਿੰਨੀ ਮਰਜ਼ੀ ਅੱਖਾਂ ਇਹਦੇ ਰਾਹ ਵਿੱਚ ਪਾ ਲਓ, ਇਹ ਉੜਦਾ ਜਾਵੇਗਾ, ਜਿਵੇਂ ਕਿ ਅਸੀਂ ਤਸਵੀਰ ਵਿੱਚ ਵੀ ਦੇਖ ਰਹੇ ਹਾਂ। ਤਾਂ ਪੜ੍ਹਦੇ ਹਾਂ ਅੱਜ ਸਮਾਂ ਕਵਿਤਾ ਭਾਈ ਵੀਰ ਸਿੰਘ ਜੀ ਦੁਆਰਾ। ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ। ਭਾਈ ਵੀਰ ਸਿੰਘ ਜੀ ਨਾ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਰੱਖ ਕੇ ਵਿਚਾਰ ਪੇਸ਼ ਕਰਦੇ ਹਨ। ਕਹਿੰਦੇ ਹਨ ਕਿ ਮੈਂ ਬਹੁਤ ਵਾਸਤੇ ਮੀਨਸ ਤਰਲੇ, ਕਤ ਮੀਨਸ ਪਾਏ। ਕਹਿੰਦੇ ਮੈਂ ਸਮੇਂ ਨੂੰ ਰੋਕਣ ਲਈ ਬੜੇ ਤਰਲੇ ਪਾਏ ਕਿ ਕਿਤੇ ਨਾ ਕਿਤੇ ਕਿਸੇ ਸਮੇਂ ਰੁਕ ਜਾਏ, ਕੰਮ ਪੂਰਾ ਹੋ ਜਾਏ। ਸਮੇਂ ਨੇ ਇੱਕ ਨਾ ਮੰਨੀ, ਪਰ ਸਮੇਂ ਨੇ ਨਹੀਂ ਮੰਨੀ। ਜਿਵੇਂ ਕਿ ਇਸ ਤਸਵੀਰ ਵਿੱਚ ਦੇਖ ਰਹੇ ਹਾਂ ਕਿ ਸਮਾਂ ਤਾਂ ਕਿਸੇ ਦੀ ਵੀ ਨਹੀਂ ਮੰਨਦਾ, ਉਹ ਕਿਸ ਲਈ ਨਹੀਂ ਰੁਕਦਾ, ਚਲਾਏਮਾਨ ਹੈ ਸਮਾਂ। ਭਾਈ ਵੀਰ ਸਿੰਘ ਜੀ ਇਸਤਰੀ ਰੂਪ ਕਹਿੰਦੇ ਹਨ ਕਿ ਮੈਂ ਬੜੇ ਤਰਲੇ ਪਾਏ ਹਨ, ਸਮੇਂ ਨੇ ਇੱਕ ਨਹੀਂ ਮੰਨੀ, ਸਮਾਂ ਰੁਕਿਆ ਨਹੀਂ। ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਤਾਂ ਇਸਤਰੀ ਰੂਪ ਵਿੱਚ ਹੀ ਭਾਈ ਵੀਰ ਸਿੰਘ ਜੀ ਬਿਆਨ ਕਰਦੇ ਹੋਏ ਕਹਿੰਦੇ ਮੈਂ ਸਮੇਂ ਨੂੰ ਫੜਦੀ ਰਹੀ, ਤਰੀਕਦੀ ਰਹੀ। ਤਰੀਕ ਨਾ ਹੁੰਦਾ ਹੈ ਖਿੱਚਣਾ, ਤਾਂ ਮੈਂ ਸਮੇਂ ਨੂੰ ਖਿੱਚਦੀ ਰਹੀ। ਸਮੇਂ ਖਿਸਕਾਈ ਕੰਨੀ, ਕੰਨੀ ਮੀਨਸ ਹੁੰਦਾ ਹੈ ਪੱਲਾ। ਸਮਾਂ ਤਾਂ ਪੱਲਾ ਖਿਸਕਾ ਕੇ ਦੌੜ ਗਿਆ। ਸਮਾਂ ਕਿਸ ਲਈ ਨਹੀਂ ਰੁਕਦਾ। ਜਿੰਨਾ ਮਰਜ਼ੀ ਉਸਨੂੰ ਫੜਦੇ ਰਹੋ, ਉਹ ਪੱਲਾ ਖਿਸਕਾ ਕੇ ਦੌੜ ਜਾਂਦਾ ਹੈ। ਸੋ ਬੱਚਿਓ, ਸਮੇਂ ਦਾ ਸਦਉਪਯੋਗ ਕਰਨਾ ਬਹੁਤ ਜ਼ਰੂਰੀ ਹੈ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਹੁਣ ਕਵੀ ਕਹਿੰਦੇ ਹਨ ਮੈਂ ਸਮੇਂ ਨੂੰ ਰੋਕ ਹੀ ਨਾ ਸਕੀ, ਬੜੀ ਵਿਉਂਤਾਂ ਅਪਣਾਈਆਂ, ਬੜੀਆਂ ਯੋਜਨਾਵਾਂ ਅਪਣਾਈਆਂ, ਪਰ ਸਮਾਂ ਨਾ ਰੁਕਿਆ, ਉਹਨੂੰ ਨਹੀਂ ਰੋਕ ਸਕੀ। ਅਟਕ ਜੋ ਪਾਈ, ਮੈਂ ਕਿੰਨੀਆਂ ਰੁਕਾਵਟਾਂ ਪਾਈਆਂ। ਅਟਕਾਂ ਰੁਕਾਵਟਾਂ, ਮੈਂ ਕਿੰਨੀਆਂ ਰੁਕਾਵਟਾਂ ਪਾਈਆਂ। ਪੰਨੀ, ਪਰ ਉਸਨੇ ਸਾਰੀਆਂ ਰੁਕਾਵਟਾਂ ਭੰਨ ਦਿੱਤੀਆਂ, ਸਾਰੀਆਂ ਰੁਕਾਵਟਾਂ ਤੋੜ ਕੇ ਚਲਾ ਗਿਆ, ਉਹ ਤੇ ਉੱਡਦਾ ਗਿਆ। ਸੋ ਬੱਚੇ, ਸਮਾਂ ਤਾਂ ਠਹਿਰਦਾ ਨਹੀਂ, ਸਮੇਂ ਦਾ ਸਦਉਪਯੋਗ ਕਰਨਾ ਤਾਂ ਬਹੁਤ ਜ਼ਰੂਰੀ ਹੈ। ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। तो समा जो है उसका वेग, उसकी गति त्रिखा, त्रिखे मीन्स होता है तेज, उसकी गति इन्नी तीखी होंगी, इन्नी तेज होंगी है कि गया टप बन्नो बन्नी। और बन्नो बन्नी मीन्स होता है हदा, सीमावां। वो सारियां हदां ते सीमावां नूं टप के लंघ के अगा वधदा चला जाता है। तुसीं ये तस्वीर देख रहे हो, ये सोचो कि ये मनुख समा है। सो समा अपने वेग नाल, अपने तीखे गति नाल सारियां हदां पार करके अगा लग जाता है। सो बच्चों, ਜਿਹੜਾ ਸਮਾਂ ਤੁਹਾਡੇ ਹੱਥ ਵਿੱਚ ਹੈ ਉਸ ਦਾ ਸਦਉਪਯੋਗ ਕਰੋ। ਸਾਡੇ ਜੀਵਨ ਦੇ ਵਿੱਚ ਸਮੇਂ ਦਾ ਬਹੁਤ ਮਹੱਤਵ ਹੈ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ। ਸਮਾਂ ਇੰਨਾ ਤੇਜ਼ ਦੌੜਦਾ ਹੈ, ਹਦਾਂ ਪਾਰ ਕਰਕੇ ਲੰਘਦਾ ਜਾ ਰਿਹਾ ਹੈ, ਕਿਸੇ ਦੇ ਹੱਥ ਨਹੀਂ ਆ ਰਿਹਾ। ਸਮਾਂ ਚਲਾਏਮਾਨ ਹੈ। ਇਸ ਡਰ ਨੂੰ ਮਨ ਵਿੱਚ ਰੱਖਦੇ ਹੋਏ ਕਵੀ ਸਾਰਿਆਂ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਮਨੁੱਖ, ਅਜੇ ਸੰਭਾਲ ਇਸ ਸਮੇਂ ਨੂੰ, ਅਜੇ ਵੀ ਸਮਾਂ ਹੈ, ਸਮੇਂ ਨੂੰ ਸੰਭਾਲ ਲੈ, ਸਮੇਂ ਨੂੰ ਆਪਣੇ ਹੱਥ ਵਿੱਚ ਰੱਖ ਲੈ, ਕਰ ਸਫਲ ਉਡੰਦਾ ਜਾਮਦਾ। ਇਹ ਤੇ ਸਫਲਤਾ ਦੇ ਨਾਲ ਉੜਦਾ ਜਾ ਰਿਹਾ ਹੈ, ਇਹ ਤੇ ਕਿਸੇ ਦੇ ਰੋਕਿਆ ਨਹੀਂ ਰੁਕੇਗਾ। ਇਸ ਦੀ ਜੋ ਗਤੀ ਹੈ ਉਹ ਤਾਂ ਬਹੁਤ ਅੱਛੀ ਹੈ, ਬਹੁਤ ਤੇਜ਼ ਹੈ, ਇਹ ਤੇ ਹਦਾਂ ਪਾਰ ਕਰਦਾ ਜਾ ਰਿਹਾ ਹੈ। ਸੋ ਇਸ ਸਮੇਂ ਨੂੰ ਸੰਭਾਲ ਲੈ, ਜਿੰਨਾ ਸਦਉਪਯੋਗ ਇਸ ਸਮੇਂ ਦਾ ਕਰ ਸਕਦਾ ਹੈ ਕਰ ਲੈ। ਸੋ ਮਨੁੱਖ ਨੂੰ ਸੰਭਲਣ ਲਈ ਤੇ ਸਮੇਂ ਦੀ ਮਹੱਤਤਾ ਨੂੰ ਦੱਸਦੇ ਹੋਏ ਕਵੀ ਆਪਣੇ ਇਸ ਦੋ ਪੰਕਤੀਆਂ ਦੇ ਵਿੱਚ ਵਿਚਾਰ ਪੇਸ਼ ਕਰਦੇ ਹਨ ਕਿ ਮਨੁੱਖ ਸੰਭਲ ਜਾ ਤੇ ਸਮੇਂ ਨੂੰ ਸੰਭਾਲ ਲੈ। ਇਹ ਠਹਿਰਨ ਜਾਚ ਨਾ ਜਾਣਦਾ, ਲੰਘਿਆ ਨਾ ਮੁੜ ਕੇ ਆਉਂਦਾ। ਕਿੰਨਾ ਡਰ ਹੈ ਕਵੀ ਦੇ ਮਨ ਵਿੱਚ। ਉਹ ਸਾਨੂੰ ਵੀ ਚੇਤਨ ਕਰ ਰਹੇ ਹਨ ਕਿ ਇਹ ਮਨੁੱਖ, ਸਮਾਂ ਜੋ ਹੈ ਇਹ ਠਹਿਰਦਾ ਨਹੀਂ, ਇਸ ਨੂੰ ਠਹਿਰਨ ਦਾ ਵੱਲ ਨਹੀਂ ਆਉਂਦਾ,
इसनूं ठहरन ਦੀ ਜਾਂਚ ਨਹੀਂ ਆਂਦੀ। ਜੇ ਇੱਕ ਵਾਰੀ ਲੰਘ ਗਿਆ ਤੇ ਮੁੜ ਕੇ ਵਾਪਸ ਨਹੀਂ ਆਂਦਾ। ਸੋ ਬੱਚਿਓ, ਤੁਸੀਂ ਵੀ ਇਸ ਹੱਥ ਆਏ ਸਮੇਂ ਦਾ ਸਦਉਪਯੋਗ ਕਰੋ। ਇਸ ਸਮੇਂ ਨੂੰ ਐਵੇਂ ਨਾ ਗਵਾਓ। ਅਸੀਂ ਹਰ ਇੱਕ ਮਿੰਟ ਅਸੀਂ ਇੰਝ ਹੀ ਗਵਾ ਦਿੰਦੇ ਹਾਂ। ਬੱਚਿਓ, ਤੁਸੀਂ ਘਰ ਵਿੱਚ ਬੈਠੇ ਦੇਖੋ, ਮੋਬਾਈਲ ਦੇ ਉੱਪਰ ਕਿੰਨੀਆਂ ਗੇਮਸ ਖੇਡਦੇ ਹੋ, ਟੀਵੀ ਸਾਰਾ ਦਿਨ ਦੇਖਣਾ, ਅਸੀਂ ਇਹ ਸਮਾਂ ਵਿਅਰਥ ਕਰ ਰਹੇ ਹਾਂ। ਸਮੇਂ ਨੂੰ ਕਿਸੇ ਨਾ ਕਿਸੇ ਕ੍ਰੀਏਟਿਵ ਵਰਕ ਵਿੱਚ ਲਗਾਓ। ਸਮੇਂ ਨੂੰ ਪੜ੍ਹ ਕੇ ਲੰਘਾਓ। ਸਮੇਂ ਨੂੰ ਹਰ ਇੱਕ ਨਵੀਂ ਤੋਂ ਨਵੀਂ ਚੀਜ਼ਾਂ ਸਿੱਖ ਕੇ ਲੰਘਾਓ। ਇਹ ਸਮੇਂ ਨੂੰ ਅਗਰ ਇਸ ਤਰ੍ਹਾਂ ਸਦਉਪਯੋਗ ਕਰੋਗੇ ਤਾਂ ਇੱਕ ਐਸਾ ਹੀ ਸਮਾਂ ਆਵੇਗਾ ਜੋ ਤੁਹਾਨੂੰ ਸਫਲਤਾ ਤੋਂ ਨਹੀਂ ਰੋਕ ਪਾਵੇਗਾ। ਤੁਸੀਂ ਸਫਲਤਾ ਦੀਆਂ ਪੌੜੀਆਂ ਤੇ ਚੜ੍ਹਦੇ ਜਾਓਗੇ। ਸੋ ਬੱਚਿਓ, ਠਹਿਰਨ ਜਾਚ ਨਾ ਜਾਣਦਾ, ਇਹਨੂੰ ਠਹਿਰਨਾ ਨਹੀਂ ਆਉਂਦਾ। ਇਹ ਤਾਂ ਸਮਾਂ ਲੰਘਦਾ ਜਾਂਦਾ ਹੈ। ਸਮੇਂ ਨੂੰ ਫੜਨਾ ਸਾਡੇ ਹੱਥ ਵਿੱਚ ਹੈ। ਲੰਘ ਗਿਆ ਤਾਂ ਮੁੜ ਕੇ ਨਾ ਆਉਂਦਾ। ਇੱਕ ਵਾਰ ਲੰਘ ਜਾਂਦਾ ਹੈ ਤਾਂ ਮੁੜ ਕੇ ਨਹੀਂ ਆਉਂਦਾ। ਤਾਂ ਇਸ ਵਾਸਤੇ ਹੱਥ ਆਏ ਸਮੇਂ ਦਾ ਸਦਉਪਯੋਗ ਕਰੋ। ਧੰਨਵਾਦ। ਤਾਂ ਆਓ ਹੁਣ ਪੜ੍ਹਦੇ ਹਾਂ ਸਮਾਂ ਕਵਿਤਾ ਦੀ ਟਿੱਪਣੀ। ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚ ਸਮੇਂ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ। ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਵਿੱਚ ਸਮੇਂ ਦੇ ਨਿਰੰਤਰ ਚੱਲਣ ਵਾਲੇ ਲੱਛਣ ਬਾਰੇ ਵਿਚਾਰ ਕੀਤੇ ਹਨ। ਕਵਿਤਾ ਮਤ ਹੈ ਕਿ ਸਮੇਂ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਨਹੀਂ ਜਾ ਸਕਦਾ। ਸਮਾਂ ਹਰ ਰੁਕਾਵਟ ਨੂੰ ਤੋੜ ਕੇ ਆਪਣੀ ਗਤੀ ਨਾਲ ਅੱਗੇ ਵਧਦਾ ਰਹਿੰਦਾ ਹੈ। ਇਸ ਕਰਕੇ ਕਵੀ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਦਾ ਸੰਦੇਸ਼ ਦਿੰਦਾ ਹੈ। ਕਵਿਤਾ ਅਨੁਸਾਰ ਇੱਕ ਵਾਰ ਬੀਤਿਆ ਸਮਾਂ ਮੁੜ ਹੱਥ ਨਹੀਂ ਆਉਂਦਾ। ਔਰ ਇਸ ਕਰਕੇ ਮਨੁੱਖ ਨੂੰ ਵਰਤਮਾਨ ਸਮੇਂ ਦਾ ਪੂਰਾ ਸਦਉਪਯੋਗ ਕਰਨਾ ਚਾਹੀਦਾ ਹੈ। ਤਾਂ ਹੁਣ ਕਰਦੇ ਹਾਂ ਅਭਿਆਸ ਦੇ ਪ੍ਰਸ਼ਨ। ਭਾਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ ਹੈ? ਭਾਈ ਵੀਰ ਸਿੰਘ ਜੀ ਨੇ ਸਮੇਂ ਬਾਰੇ ਕਿਹਾ ਹੈ ਕਿ ਸਮਾਂ ਨਿਰੰਤਰ ਚੱਲਦਾ ਰਹਿੰਦਾ ਹੈ, ਨਿਰੰਤਰ ਗਤੀਸ਼ੀਲ ਹੈ, ਕਿਸੇ ਦੇ ਹੱਥ ਨਹੀਂ ਆਉਂਦਾ। ਕਿ ਵਰਤਮਾਨ ਸਮੇਂ ਦਾ ਸਾਨੂੰ ਸਦਉਪਯੋਗ ਕਰਨਾ ਚਾਹੀਦਾ ਹੈ। ਹੁਣ ਦੂਜਾ ਪ੍ਰਸ਼ਨ ਹੈ, ਕਵੀ ਕਿਸ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ? ਕਵੀ ਸਮਾਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੀਸਰਾ ਪ੍ਰਸ਼ਨ ਹੈ, ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸਮੇਂ ਦੀ ਹਰ ਪਲ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਗਤੀਸ਼ੀਲ ਹੈ। ਇਹ ਰੋਕਿਆ ਨਹੀਂ ਰੁਕਦਾ। ਸੋ ਅਗਲਾ ਪ੍ਰਸ਼ਨ ਹੈ, ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਕਵੀ ਸਮੇਂ ਨੂੰ ਰੋਕਣ ਲਈ ਬੜੇ ਯਤਨ ਕਰਦਾ ਹੈ। ਉਹ ਸਮੇਂ ਨੂੰ ਰੋਕਣ ਲਈ ਕਈ ਅਟਕਾ ਪਾਉਂਦਾ ਹੈ। ਉਸਨੂੰ ਫੜ ਕੇ ਤਰੀਕ ਕੇ ਖਿੱਚਦਾ ਹੈ ਆਪਣੇ ਵੱਲ, ਉਸਨੂੰ ਰੋਕਦਾ ਹੈ, ਬੜੀ ਕੋਸ਼ਿਸ਼ਾਂ ਕਰਦਾ ਹੈ ਪਰ ਅਸਫਲ ਹੁੰਦਾ ਹੈ। ਸਮਾਂ ਦਾ ਨਿਰੰਤਰ ਗਤੀਸ਼ੀਲ ਹੈ, ਉਹ ਤੇ ਚੱਲਦਾ ਰਹਿੰਦਾ ਹੈ, ਉਹ ਕਿਸੇ ਦੇ ਹੱਥ ਨਹੀਂ ਆਉਂਦਾ। ਉਹ ਸਾਰੀਆਂ ਹੱਦਾਂ ਟੱਪ ਕੇ, ਸਾਰੀਆਂ ਸੀਮਾਵਾਂ ਪਾਰ ਕੇ ਅਗਾਂਹ ਨੂੰ ਵੱਧ ਜਾਂਦਾ ਹੈ। ਸੋ ਅਗਲਾ ਪ੍ਰਸ਼ਨ ਹੈ, ਕਵਿਤਾ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਸੋ ਬੱਚੇ, ਸੰਖੇਪ ਸਾਰ ਇਹ ਟਿੱਪਣੀ ਹੈ, ਇਸ ਵਿੱਚ ਥੀਮ ਆਉਂਦਾ ਹੈ। ਠੀਕ ਹੈ, ਤਾਂ ਸਾਰ ਪੂਰੀ ਕਵਿਤਾ ਦੀ ਵਿਆਖਿਆ ਹੈ ਜੋ ਮੈਂ ਪਿੱਛੇ ਸਮਝਾ ਚੁੱਕੀ ਹਾਂ। ਉਹ ਸਾਰ ਦੇ ਰੂਪ ਵਿੱਚ ਤੁਸੀਂ ਲਿਖ ਸਕਦੇ ਹੋ। ਧੰਨਵਾਦ। ਮੈਨੂੰ ਲੱਗਦਾ ਹੈ ਤੁਹਾਨੂੰ ਚੰਗੀ ਤਰ੍ਹਾਂ ਕਵਿਤਾ ਸਮਝ ਆ ਗਈ ਹੋਵੇਗੀ ਤੇ ਕਵਿਤਾ ਨੂੰ ਚੰਗੀ ਤਰ੍ਹਾਂ ਪੜ੍ਹਨਾ। ਧੰਨਵਾਦ ਫਿਰ ਤੋਂ।